सो आओ श्रवण करिए गुरमत विचारा भाई निशान सिंह जी होਰਾਂ ਤੋਂ। वाहिगुरु जी का खालसा वाहिगुरु जी की फतेह। ਧੰਨ ਵਾਹਿਗੁਰੂ ਸਾਹਿਬ ਜੀ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾਡ ਬਿਖੈ ਬਿਖ ਖਾਹੀ। ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਏਕ ਉਤਮ ਪੰਥ ਸੁਣਿਓ ਗੁਰ ਸੰਗਤ, ਤੇ ਮਿਲੰਤ ਜਮ ਤਰਾਸ ਮਿਟਾਈ। ਏਕ ਅਰਦਾਸ ਭਾਟ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸ਼ਰਨਾਈ। ਇੱਕ ਅਰਦਾਸ ਭਾਟ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸ਼ਰਨਾਈ। ਪਰਮ ਸਨਮਾਨਯੋਗ ਜੁਗੋ ਜੁਗੇ ਅਟਲ ਚਵਰ ਛਤਰ ਸਿੰਘਾਸਨ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਤਿਨਾਂ ਦੀ ਪਾਵਨ ਪਵਿੱਤਰ ਮੁਬਾਰਕ ਗੋਦ ਅੰਦਰ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪ੍ਰਕਾਸ਼ ਪੁਰਬ ਨੂੰ ਸੰਬੰਧਿਤ ਜੁੜ ਬੈਠੇ ਗੁਰੂ ਪਿਆਰੇ, ਗੁਰੂ ਸਵਾਰੇ, ਅਤੀ ਸਤਿਕਾਰਯੋਗ ਸਤ ਸੰਗੀ ਜਨੋਂ ਵਡਭਾਗੇ ਹਾਂ। ਸਤਿਗੁਰੂ ਜੀ ਦੀ ਪਾਵਨ ਪਵਿੱਤਰ ਅੰਮ੍ਰਿਤਮਈ ਬਾਣੀ ਨਾਲ ਜੁੜ ਕੇ ਇਸ ਮਨੁੱਖਾ ਜੀਵਨ ਨੂੰ ਹੋਰ ਕੀਮਤੀ ਅਤੇ ਸਚਿਆਰਿਆਂ ਬਣਾਉਣ ਲਈ ਉਦਮ ਉਪਰਾਲੇ ਕਰ ਰਹੇ ਹਾਂ। ਜਿੱਥੇ ਆਪ ਜੀਆਂ ਨੇ ਦਾਸ ਤੋਂ ਪਹਿਲਾਂ ਵੱਖ-ਵੱਖ ਬੁਲਾਰਿਆਂ ਦੇ ਪਾਸੋਂ ਵਿਚਾਰ ਸ਼ਰਵਣ ਕੀਤੇ ਹਨ, ਕੁਝ ਸਮਾਂ ਦਾਸ ਨੂੰ ਪ੍ਰਾਪਤ ਹੋਇਆ ਹੈ ਆਪ ਸੰਗਤਾਂ ਦੇ ਨਾਲ ਸਤਿਗੁਰੂ ਜੀ ਦੀ ਮੁਬਾਰਕ ਬਾਣੀ ਅਤੇ ਇਤਿਹਾਸ ਦੀ ਵਿਚਾਰ ਦੀ ਸਾਂਝ ਕਰਨ ਦਾ। ਤੋਂ ਬਣਾਏ ਹੋਏ ਨੇਮ ਅਤੇ ਪ੍ਰੋਗਰਾਮ ਦੇ ਮੁਤਾਬਕ ਸਮੇਂ ਦੀ ਹੱਦਬੰਦੀ ਵਿੱਚ ਰਹਿੰਦਿਆਂ ਵਿਚਾਰਾਂ ਦੀ ਆਰੰਭਤਾ ਕਰਨ ਤੋਂ ਪਹਿਲਾਂ ਕਲਗੀਧਰ ਸਵਾਮੀ ਬਾਦਸ਼ਾਹ ਦਰਵੇਸ਼ ਅੰਮ੍ਰਿਤ ਕੇ ਦਾਤੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਪਾਵਨ ਫਤਿਹ ਨਾਲ ਸਾਂਝ ਬਣਾਈਏ, ਕੋਈ ਵੀ ਰਸਨਾ ਵਾਂਝੀ ਨਾ ਰਹੇ। ਅਦਬ ਸਤਿਕਾਰ ਸਹਿਤ ਗੁਰੂ ਚਰਨਾਂ ਵਿੱਚ ਸੀਸ ਝੁਕਾਉਂਦਿਆਂ ਨਿਮਰਤਾ ਸਹਿਤ ਗੁਰ ਫਤਿਹ ਪ੍ਰਵਾਨੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਵਿੱਚੋਂ ਭੱਟ ਕੀਰਤ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ੋਭਾ ਦੇ ਵਿੱਚ ਪਾਵਨ ਸਵਈਏ ਦਾ ਪਾਠ ਦਾਸ ਨੇ ਆਪ ਸੰਗਤਾਂ ਨਾਲ ਸਾਂਝਾ ਕੀਤਾ ਹੈ। 11 ਭੱਟ ਸਾਹਿਬਾਨਾਂ ਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਔਰ ਸਭ ਤੋਂ ਮਹਾਨਤਾ ਵਾਲੀ ਗੱਲ ਜਿਹੜੀ ਉਹ ਇਹ ਹੈ ਕਿ 4 ਸ਼ਹੀਦ ਮਹਾਂਪੁਰਖਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ, ਜਿਨ੍ਹਾਂ ਦੇ ਵਿੱਚੋਂ 2 ਸ਼ਹੀਦ ਨੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਅਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ। ਉੱਥੇ ਹੀ ਬਾਕੀ ਦੇ 4 ਸ਼ਹੀਦ ਮਹਾਂਪੁਰਖਾਂ ਦੇ ਵਿੱਚੋਂ 2 ਭੱਟ ਸਾਹਿਬਾਨ ਨੇ। ਪਹਿਲੇ ਭੱਟ ਸਾਹਿਬਾਨ ਨੇ ਭੱਟ ਮਥੁਰਾ ਜੀ, ਜਿਨ੍ਹਾਂ ਨੇ ਹਰਗੋਬਿੰਦਪੁਰੇ ਦੀ ਜੰਗ ਵਿੱਚ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਫੌਜ ਵਿੱਚ ਕਮਾਂਡਰ ਦਾ ਰੋਲ ਅਦਾ ਕਰਦਿਆਂ ਸ਼ਹਾਦਤ ਦਾ ਜਾਮ ਪੀਤਾ। ਤੇ ਦੂਜੇ ਸ਼ਹੀਦ ਮਹਾਂਪੁਰਖ ਨੇ ਭੱਟ ਸਾਹਿਬਾਨਾਂ ਦੇ ਵਿੱਚੋਂ ਭੱਟ ਕੀਰਤ ਜੀ। ਸਬੱਬ ਦੀ ਗੱਲ ਵੇਖੋ, ਜਿਸ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਸ਼ੋਭਾ ਦੇ ਵਿੱਚ ਉਹਨਾਂ ਨੇ ਸਵਈਆ ਉਚਾਰਨ ਕੀਤਾ, ਉਸੇ ਹੀ ਸਥਾਨ ਦੇ ਉੱਤੇ ਅੰਮ੍ਰਿਤਸਰ ਜਿੱਥੇ ਅੱਜ ਕੱਲ੍ਹ ਖਾਲਸਾ ਕਾਲਜ ਬਣਿਆ ਹੋਇਆ ਹੈ, ਉੱਥੇ ਹੀ ਲਾਹੌਰ ਵੱਲੋਂ ਚੜ੍ਹ ਕੇ ਆਈ ਹੋਈ ਫੌਜ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਫੌਜ ਵੱਲੋਂ ਕਮਾਂਡਰ ਦਾ ਰੋਲ ਅਦਾ ਕਰਦਿਆਂ ਭੱਟ ਕੀਰਤ ਜੀ ਨੇ ਸ਼ਹਾਦਤ ਦਾ ਜਾਮ ਪੀਤਾ। ਪਾਵਨ ਸਵਈਏ ਦੀ ਆਰੰਭਤਾ ਕਰਦਿਆਂ ਉਹਨਾਂ ਨੇ ਆਖਿਆ, ਹਮ ਅਵਗੁਣ ਭਰੇ
ਏਕ ਗੁਣ ਨਾਹੀਂ। ਕਬੂਲ ਕੀਤਾ ਮਹਾਰਾਜ, ਅਸੀਂ ਔਗਣਾਂ ਦੇ ਨਾਲ ਭਰੇ ਹੋਏ ਹਾਂ। ਵੈਸੇ ਤੁਸੀਂ ਦੁਨੀਆ ਦੇ ਵਿੱਚ ਵੇਖੋ, ਬੰਦਾ ਗੁਨਾਹਾਂ ਨਾਲ ਭਰਿਆ ਹੋਵੇ ਤੇ ਰੰਗੇ ਹੱਥੀਂ ਫੜਿਆ ਜਾਏ ਤੇ ਉਹ ਮੰਨਦਾ ਨਹੀਂ ਵੀ ਮੈਂ ਗਲਤ ਹਾਂ, ਕਦੇ ਵੀ ਨਹੀਂ ਮੰਨਦਾ। ਦੁਨੀਆ ਦੇ ਵਿੱਚ ਬਹੁਤ ਟਾਵੇਂ ਤੇ ਉਂਗਲਾਂ ਤੇ ਗਿਣਨ ਵਾਲੇ ਲੋਕ ਹੋਣਗੇ ਜਿਹੜੇ ਆਪਣੀ ਗਲਤੀ ਨੂੰ ਅਸੈਪਟ ਕਰਦੇ ਨੇ ਵੀ ਮੈਂ ਰੌਂਗ ਆ ਇੱਥੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਵਿਚਾਰਧਾਰਾ, ਸਿੱਖੀ ਦੀ ਵਿਚਾਰਧਾਰਾ ਇਹ ਕਹਿੰਦੀ ਏ ਕਿ ਗੁਰੂ ਦੇ ਸਾਹਮਣੇ ਆਣ ਕੇ ਜਿਹੜਾ ਝੁਕ ਗਿਆ, ਸਮਝੋ ਗੁਰੂ ਦੇ ਕੋਲੋਂ ਬਖਸ਼ਿਸ਼ਾਂ ਦੀ ਝੋਲੀ ਭਰ ਕੇ ਲੈ ਗਿਆ। ਮੈਂ ਇੱਕ ਛੋਟੀ ਜਿਹੀ ਘਟਨਾ ਆਪ ਜੀ ਨਾਲ ਸਾਂਝੀ ਕਰਦਾ। ਜਦੋਂ ਅਸੀਂ ਬਹੁਤ ਜਾਤਕ ਕਥਾਵਾਂ ਨੂੰ ਪੜ੍ਹਦੇ ਹਾਂ ਨਾ, ਉਹਦੇ ਵਿੱਚ ਲਿਖਿਆ ਵੀ ਜਿਸ ਵੇਲੇ ਮਹਾਤਮਾ ਬੁੱਧ ਪਹਿਲੀ ਵਾਰ ਆਪਣੇ ਨਗਰ ਵਿੱਚ ਮਹਾਤਮਾ ਬਣਨ ਤੋਂ ਬਾਅਦ ਵੈਸ਼ਾਲੀ ਪਰਤਿਆ ਤੇ ਉਹਦਾ ਬਾਪ ਛੋਟੇ ਜਿਹੇ ਰਾਜ ਦਾ ਰਜਵਾੜਾ ਸੀ। ਉਹਨੂੰ ਪਤਾ ਲੱਗਾ ਵੀ ਮੇਰਾ ਪੁੱਤਰ ਗੌਤਮ ਜਿਹੜਾ ਉਹ ਮਹਾਤਮਾ ਬਣ ਕੇ ਵੈਸ਼ਾਲੀ ਵਿੱਚ ਆਇਆ ਤੇ ਬਾਹਰ ਦਰਖਤ ਦੇ ਹੇਠ ਬੈਠਾ ਹੋਇਆ ਤੇ ਲੋਕ ਉਹਦੇ ਕੋਲ ਦੀਕਸ਼ਾ ਲੈ ਰਹੇ ਨੇ। ਉਹ ਵੀ ਆਪਣੇ ਪੁੱਤਰ ਨੂੰ ਮਿਲਣ ਲਈ ਆਪਣੇ ਸੈਨਾਪਤੀਆਂ ਦੇ ਨਾਲ, ਪ੍ਰਜਾ ਦੇ ਨਾਲ ਉੱਥੇ ਪਹੁੰਚ ਗਿਆ। ਰਸਮੀ ਗੱਲਾਂ ਬਾਤਾਂ ਕਰਨ ਤੋਂ ਬਾਅਦ ਵਿੱਚ ਜਦੋਂ ਉਹਨੇ ਆਪਣੇ ਪੁੱਤਰ ਨੂੰ, ਮਹਾਤਮਾ ਬੁੱਧ ਨੂੰ, ਲੋਕਾਂ ਨੂੰ ਦੀਖਿਆ ਦਿੰਦਿਆਂ ਵੇਖਿਆ ਤੇ ਉਹਨੇ ਆਖਿਆ ਵੀ ਮੈਂ ਤੇਰਾ ਬਾਪ ਹਾਂ, ਮੈਨੂੰ ਵੀ ਦੀਖਿਆ ਦੇਖਾਂ। ਤੇ ਮਹਾਤਮਾ ਬੁੱਧ ਨੇ ਨਾਂ ਦੇ ਵਿੱਚ ਸਿਰ ਹਿਲਾਇਆ। ਆਲੇ ਦੁਆਲੇ ਦੇ ਲੋਕ ਤੇ ਉਹਦਾ ਬਾਪ ਤੇ ਜਿਹੜੀ ਪ੍ਰਜਾ ਨਾਲ ਆਈ ਸੀ ਉਹ ਸਾਰੇ ਪੁੱਛਦੇ ਨੇ, ਇਹ ਬੜੀ ਹੈਰਾਨ ਕਰਨ ਵਾਲੀ ਗੱਲ ਹੈ, ਜਿਨ੍ਹਾਂ ਨੂੰ ਤੂੰ ਜਾਣਦਾ ਨਹੀਂ ਉਹਨਾਂ ਨੂੰ ਦੀਖਿਆ ਦੇ ਰਿਹਾ, ਮੈਂ ਤੇਰਾ ਬਾਪ ਹਾਂ, ਰਾਜਾ ਹਾਂ, ਮੈਨੂੰ ਦੀਖਿਆ ਕਿਉਂ ਨਹੀਂ ਦਿੰਦਾ? ਉਹ ਕਹਿਣ ਲੱਗਾ ਬਸ ਇਹੀ ਪ੍ਰੋਬਲਮ ਹੈ, ਤੁਸੀਂ ਇੱਥੇ ਇੱਕ ਬਾਪ ਦੀ ਹੈਸੀਅਤ ਨਾਲ ਤੇ ਰਾਜੇ ਦੀ ਹੈਸੀਅਤ ਨਾਲ ਆਏ ਹੋ ਤੇ ਸੰਸਾਰ ਦਾ ਦਸਤੂਰ ਤੇ ਬੰਦੇਜ ਇਸ ਗੱਲ ਦੀ ਮੰਗ ਕਰਦਾ ਕਿ ਪਿਓ ਨੂੰ ਕਦੇ ਪੁੱਤ ਦੀਖਿਆ ਨਹੀਂ ਦੇ ਸਕਦਾ ਤੇ ਰਾਜੇ ਨੂੰ ਕਦੇ ਪ੍ਰਜਾ ਜਿਹੜੀ ਹੈ ਇਹ ਦੀਖਿਆ ਨਹੀਂ ਦੇ ਸਕਦੀ। ਜਿੱਦਣ ਤੁਸੀਂ ਇਸ ਪਦਵੀ ਤੋਂ ਰਹਿਤ ਹੋ ਕੇ ਮੇਰੇ ਕੋਲ ਇੱਕ ਚੇਲੇ ਦੀ ਨਜ਼ਰ ਨਾਲ ਆਓਗੇ ਨਾ, ਫਿਰ ਤੁਹਾਨੂੰ ਦੀਖਿਆ ਵੀ ਮਿਲੇਗੀ। ਉਦਾਹਰਣ ਉਹਨੇ ਬੜੀ ਕੀਮਤੀ ਵਰਤੀ। ਕਹਿਣ ਲੱਗਾ ਪਿਆਸਾ ਬੰਦਾ ਨਦੀ ਤੇ ਪਾਣੀ ਪੀਣ ਜਾਵੇ ਨਾ ਤੇ ਉਹਨੂੰ ਝੁੱਕ ਕੇ ਪਾਣੀ ਪੀਣਾ ਪੈਂਦਾ, ਨਦੀ ਦਾ ਪਾਣੀ ਕਦੇ ਵੀ ਉਛਲ ਕੇ ਉਹਦੇ ਮੂੰਹ ਵਾਲੇ ਪਾਸੇ ਨਹੀਂ ਆਉਂਦਾ। ਇਹਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਚੋਂ ਪੜ੍ਹੀਓ ਤੇ ਹਜ਼ੂਰ ਸੱਚੇ ਪਾਤਸ਼ਾਹ ਨੇ ਆਖਿਆ ਸ਼ਬਦ ਮਰੋ ਫਿਰ ਜੀਵੋ ਸਦ ਹੀ, ਤਾਂ ਫਿਰ ਮਰਨ ਨਾ ਹੋਈ। ਸ਼ਬਦ ਦੇ ਦੁਆਰਾ ਆਪਣੀ ਈਗੋ ਨੂੰ ਮਾਰ ਲੈਣਾ, ਸਮਝੋ ਸਿੱਖ ਹੋ ਗਿਆ ਬੰਦਾ। ਜਿੰਨੀ ਦੇਰ ਤੱਕ ਹਉਮੈ ਦਾ, ਹੰਕਾਰ ਦਾ ਤੇ ਪਦਵੀਆਂ ਦਾ ਮਾਣ ਨਹੀਂ ਮਰਦਾ, ਉਨੀ ਦੇਰ ਤੱਕ ਅਸੀਂ ਸਹੀ ਮਾਇਨਿਆਂ ਵਿੱਚ ਸਿੱਖ ਬਣ ਹੀ ਨਹੀਂ ਸਕਦੇ, ਕਦੇ ਨਹੀਂ ਬਣ ਸਕਦੀ। ਪਤਾ ਕਿਉਂ? ਕਿਉਂਕਿ ਅਸੀਂ ਗੁਰੂ ਦੇ ਕੋਲ ਵੀ ਆਉਂਦੇ ਹਾਂ ਤੇ ਆਪਣੀਆਂ ਪ੍ਰਾਪਤੀਆਂ ਦੱਸਣ ਵਾਸਤੇ ਆਉਂਦੇ ਹਾਂ। ਬਿਲਕੁਲ ਉਵੇਂ ਜਿਵੇਂ ਇੱਕ ਮਰੀਜ਼, ਇੱਕ ਪੇਸ਼ੈਂਟ ਡਾਕਟਰ ਦੇ ਕੋਲ ਜਾਏ ਤੇ ਉਹਨੂੰ ਜਾ ਕੇ ਆਖੇ ਕਿ ਮੇਰਾ ਦਿਮਾਗ ਵੀ ਠੀਕ ਹੈ, ਮੇਰੀਆਂ ਅੱਖਾਂ ਵੀ ਠੀਕ ਨੇ, ਮੇਰਾ ਮੂੰਹ ਵੀ ਠੀਕ ਹੈ, ਮੇਰਾ ਸਰੀਰ ਪੂਰੇ ਦਾ ਪੂਰਾ ਠੀਕ ਹੈ। ਤੂੰ ਕਹੇਗਾ ਇੱਥੇ ਕੀ ਲੈਣ ਆਇਆ? ਤੂੰ ਕਹੇਗਾ ਮੇਰੀ ਅਪਾਇੰਟਮੈਂਟ ਹੈ, ਜੇ ਅੱਧਾ ਘੰਟਾ ਬਾਕੀ ਰਹਿੰਦਾ, ਅੱਧਾ ਬੀਤਿਆ, 1 ਘੰਟੇ ਦੀ ਅਪਾਇੰਟਮੈਂਟ ਸੀ, ਪੈਸੇ ਦੇ ਕੇ। ਉਹ ਬਾਕੀ ਤੇ ਠੀਕ ਹੈ, ਅਪਾਇੰਟਮੈਂਟ ਸੀ ਤੇਰੀ, ਪਰ ਇੱਥੇ ਲੈਣ ਕੀ ਆਇਆ? ਇੱਥੇ ਤੇ ਉਹ ਲੋਕ ਆਉਂਦੇ ਨੇ ਜਿਹੜੇ ਬਿਮਾਰ ਹੋਣ, ਤੇ ਜੇ ਤੂੰ ਠੀਕ ਹੈ ਤੇ ਇੱਥੇ ਕਾਹਦੇ ਵਾਸਤੇ ਆਇਆ? ਤੂੰ ਆਪਣਾ ਵੀ ਟਾਈਮ ਵੇਸਟ ਕੀਤਾ, ਮੇਰਾ ਵੀ ਕੀਤਾ, ਤੇ ਜਿਹੜੇ ਪਰੇਸ਼ਾਨ ਤੇ ਮਰੀਜ਼ ਲੋਕ ਸਨ ਜਿਨ੍ਹਾਂ ਨੇ ਮੇਰੇ ਸਮੇਂ ਦੀ ਕਦਰ ਕਰਨੀ ਸੀ, ਉਹਨਾਂ ਦਾ ਵੀ ਟਾਈਮ ਖਰਾਬ ਕੀਤਾ ਤੂੰ। ਅਸੀਂ ਵੀ ਇਸ ਲੈਵਲ ਤੇ ਆਣ ਕੇ ਜੀਵਨ ਜੀਨੇ ਆ। ਮਹਾਰਾਜ ਮੈਂ ਗੁਰਮੁਖ ਹਾਂ, ਮੈਂ ਸਿੱਖ ਹਾਂ, ਮੇਰੇ ਜੀਵਨ 'ਚ ਕਿਸੇ ਕਿਸਮ ਦੀ ਕੋਈ ਘਾਟ ਨਹੀਂ ਹੈਗੀ। ਸਤਿਗੁਰੂ ਨੇ ਆਖਿਆ ਇੱਥੇ ਭੁਲੇਖਾ ਖਾ ਗਿਆ ਤੂੰ, ਪ੍ਰਾਪਤੀ ਨਹੀਂ ਸੀ ਦੱਸਣੀ। ਗੁਰੂ ਦੇ ਕੋਲ ਆਣ ਕੇ ਤੇ ਸਿੱਖ ਨੇ ਐਕਸੈਪਟ ਕਰਨਾ ਸੀ, ਮਹਾਰਾਜ ਕੁਝ ਨਹੀਂ ਕਮਾਇਆ ਜੀਵਨ ਦੇ ਵਿੱਚ ਮੈਂ, ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ, ਜਨਮ ਭਇਆ ਪ੍ਰਣਵਤ ਨਾਨਕ ਤਿੰਨ ਕੀ ਸ਼ਰਣਾ ਜੰਤੂ ਨਹੀਂ। ਇੱਥੇ ਆਣ ਕੇ ਸਿੱਖ ਨੇ ਐਕਸੈਪਟ ਕਰਨਾ ਸੀ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ, ਕਹੋ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ। ਬਸ ਇੱਥੇ ਖਤਾ ਖਾ ਗਏ ਅਸੀਂ। ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਇੰਨੀ ਮਹਾਨਤਾ ਵਾਲਾ ਜੀਵਨ ਜੀਂਦਿਆਂ ਹੋਇਆਂ ਵੀ ਗੁਰੂ ਦੇ ਚਰਨਾਂ ਵਿੱਚ ਅਰਦਾਸ, ਉਹਨਾਂ ਦੀ ਅਰਦਾਸ ਦਾ ਸਟਰਕਚਰ ਵੇਖੋ, ਢਾਂਚਾ ਵੇਖੋ, ਕੀ ਕਹਿੰਦੇ ਨੇ ਮਹਾਨ ਪੁਰਖ। ਹਜ਼ੂਰ ਸੱਚੇ ਪਾਤਸ਼ਾਹ ਨੇ ਆਖਿਆ ਮਾਧੋ ਹਮ ਐਸੇ ਤੂੰ ਐਸਾ, ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ। ਅੱਗੇ ਆਖਿਆ ਤੁਮ ਸਭ ਸਾਜੇ ਸਾਜ ਨਿਵਾਜੇ, ਜੀਓ ਪਿੰਡ ਦੇ ਪ੍ਰਾਨਾ, ਹਮ ਨਿਰਗੁਣ ਯਾਰੇ, ਗੁਣ ਨਹੀਂ ਕੋਈ ਤੁਮ ਦਾਨ ਦਿਓ। ਗੁਰੂ ਕੋਲੋਂ ਦਾਨ ਮੰਗਿਆ ਗੁਣਾਂ ਦਾ, ਮੰਗਦਾ ਤੇ ਮੈਂ ਵੀ ਹਾਂ, ਮੈਂ ਵੀ ਮੰਗਦਾ। ਮਹਾਰਾਜ ਸਿੱਖੀ ਦਿਓ, ਮਹਾਰਾਜ ਭਰੋਸਾ ਦਿਓ, ਮਹਾਰਾਜ ਵਿਵੇਕ ਦਿਓ। ਤੇ ਮਨ ਪਤਾ ਕੀ ਕਹਿੰਦਾ? ਤੂੰ ਪਰਫੈਕਟ ਹੈ, ਤੂੰ ਮੁਕੰਮਲ ਹੈ, ਤੈਨੂੰ ਮੰਗਣ ਦੀ ਲੋੜ ਨਹੀਂ ਹੈਗੀ, ਤੇਰੇ ਵਰਗਾ ਕੌਣ ਹੋ ਸਕਦਾ, ਤੂੰ ਤੇ ਪਰਫੈਕਟ ਹੈ ਬਿਲਕੁਲ ਆਪਣੇ ਜੀਵਨ ਦੇ ਵਿੱਚ। ਤੇ ਫਿਰ ਮੈਂ ਕਹਿ ਛੱਡਦਾ ਮਹਾਰਾਜ ਵੈਸੇ ਤੇ ਮੈਂ ਪਰਫੈਕਟ ਹਾਂ, ਪਰ ਜੇ ਤੁਹਾਨੂੰ ਲੱਗੇ ਵੀ ਲੋੜ ਹੈ ਤੇ ਫਿਰ ਦੇ ਛੱਡਿਓ ਜੀ,
ਗੁਰੂ ਨੇ ਸਾਡੀ ਸਟੇਟਮੈਂਟ ਦੇ ਆਧਾਰ ਤੇ ਜੋ ਅਸੀਂ ਜ਼ੁਬਾਨ ਤੋਂ ਕਹਿ ਰਹੇ ਉਹਦੇ ਹਿਸਾਬ ਨਾਲ ਫੈਸਲਾ ਨਹੀਂ ਕਰਨਾ, ਕਿਉਂਕਿ ਗੁਰੂ ਜਾਣਦਾ ਵੀ ਅੰਦਰੋਂ ਤੇ ਚਾਹੁੰਦਾ ਹੀ ਕੱਖ ਨਹੀਂ ਹੈਗਾ, ਇਹ ਅੰਦਰੋਂ ਨਹੀਂ ਚਾਹੁੰਦਾ। ਜ਼ੁਬਾਨ ਤੋਂ ਕਹਿੰਦਾ ਮਹਾਰਾਜ ਸਿੱਖੀ ਵੀ ਦੇ ਦਿਓ, ਅਰਦਾਸ ਚ ਪੜ੍ਹਦੇ ਆ ਨਾ ਸਿੱਖਾਂ ਨੂੰ, ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸਾਰਾ ਕੁਝ ਮੰਗ ਰਹੇ ਆ। ਗੁਰੂ ਕੰਜੂਸ ਨਹੀਂ ਹੈ ਵੀ ਅਸੀਂ ਰੋਜ਼ ਮੰਗਦੇ ਹਾਂ ਤੇ ਗੁਰੂ ਦਿੰਦਾ ਹੀ ਨਹੀਂ। ਗੁਰੂ ਜਾਣਦਾ ਹੈ ਸਾਡੀ ਮਨੋਦਸ਼ਾ ਨੂੰ ਵੀ ਅੰਦਰੋਂ ਕੱਖ ਨਹੀਂ ਚਾਹੁੰਦਾ ਏ, ਬਸ ਫਾਰਮੈਲਿਟੀ ਇਹ ਪ੍ਰੋਟੋਕਾਲ ਬਣਿਆ ਹੋਇਆ ਅਰਦਾਸ ਦਾ ਵੀ ਇਹ ਤੋਂ ਬਿਨਾਂ ਅਰਦਾਸ ਹੋ ਨਹੀਂ ਸਕਦੀ। ਪੰਥ ਦੇ ਵਿਦਵਾਨਾਂ ਨੇ ਮਰਿਆਦਾ ਬਣਾ ਦਿੱਤੀ, ਇਹਨੂੰ ਪੜ੍ਹੇ ਬਿਨਾਂ ਇਹਦਾ ਸਰਦਾ ਕੋਈ ਨਹੀਂ, ਤਾਂ ਪੜ੍ਹ ਛੱਡਦਾ ਵਿਚਾਰਾ ਮਜਬੂਰੀ ਦਾ ਮਾਰਾ, ਵੈਸੇ ਅੰਦਰੋਂ ਚਾਹੁੰਦਾ ਨਹੀਂ ਕੁਝ ਵੀ। ਅੰਦਰੋਂ ਚਾਹੁੰਦਾ ਹੋਵੇ ਤੇ ਸਿੱਖ ਬਣ ਨਾ ਜਾਏ। ਜਿਨ੍ਹਾਂ ਨੇ ਮੰਗਿਆ ਉਹਨਾਂ ਨੂੰ ਸਿੱਖੀ ਦਾਨ ਮਿਲਿਆ ਨਹੀਂ, ਉਹਨਾਂ ਦੀ ਸਿੱਖੀ ਕੇਸਾਂ ਤੇ ਸਵਾਸਾਂ ਨਾਲ ਨਿਭੀ ਨਹੀਂ, ਸਾਰਿਆਂ ਦੀ ਨਿਭੀ। ਬਸ ਗੱਲ ਹੈ ਵੀ ਇਹ ਮੰਗਣਾ ਨਹੀਂ ਚਾਹੁੰਦਾ, ਇਹ ਚਾਹੁੰਦਾ ਵੀ ਮੈਂ ਗੁਰੂ ਕੋਲ ਆਵਾਂ, ਮਹਾਰਾਜ ਚਾਹੀਦਾ ਸਾਰਾ ਕੁਝ ਹੈ ਪਰ ਮੇਰਾ ਸੁਰਤ ਦਾ ਭਾਂਡਾ ਭਰਿਆ ਇਹ ਖਾਲੀ ਨਾ ਜੇ ਕਰਿਓ। ਭਾਈ ਵੀਰ ਸਿੰਘ ਜੀ ਨੇ ਇੱਕ ਰੁਬਾਈ ਲਿਖੀ ਇਸ ਵਿਸ਼ੇ ਨਾਲ ਸੰਬੰਧਿਤ ਹੈ। ਉਹ ਕਹਿਣ ਲੱਗੇ ਮੇਰੇ ਵਰਗਾ ਬੰਦਾ ਜਿਹਨੇ ਦੁਨੀਆ ਦੇ ਕੋਲੋਂ ਜੋ ਪੁਰਾਣ ਪੜ੍ਹੇ, ਸ਼ਾਸਤਰ ਪੜ੍ਹੇ, ਸਿਮਰਤੀਆਂ ਪੜ੍ਹੀਆਂ, ਸਾਰਾ ਕੁਝ ਆਪਣੇ ਬ੍ਰੇਨ ਦੇ ਵਿੱਚ ਭਰ ਲਿਆ। ਤੇ ਉਹ ਕਹਿਣ ਲੱਗੇ ਸਿਰ ਕਚਕੌਲ ਭਨਾਤ ਲੀਤਾ ਪੜ੍ਹਿਆਂ ਦੁਆਰੇ ਫਿਰਿਆ, ਦਰ ਦਰ ਦੇ ਟੁੱਕ ਮੰਗ ਮੰਗ ਪਾਏ ਤੁੰਨ ਤੁੰਨ ਕੇ ਭਰਿਆ। ਜਿੱਥੋਂ ਜੋ ਮਿਲਿਆ ਭਰਦਾ ਗਿਆ ਸਾਰਾ ਕੁਝ ਹੀ। ਪੁਰਾਣ ਪੜ੍ਹੇ, ਸਿਮਰਤੀਆਂ ਪੜ੍ਹੀਆਂ, ਸ਼ਾਸਤਰ ਪੜ੍ਹੇ, ਉਪਨਿਸ਼ਦ ਪੜ੍ਹੇ, ਵੇਦ ਪੜ੍ਹੇ, ਕੋਈ ਗੱਲ ਰਹਿਣ ਨਹੀਂ, ਕੱਚੀਆਂ ਕਰਣੀਆਂ, ਗੱਪ ਕਹਾਣੀਆਂ ਸਭ ਪੜ੍ਹੀਆਂ, ਦਿਮਾਗ ਵਿੱਚ ਪਾਈਆਂ। ਕਹਿਣ ਲੱਗੇ ਪੜ੍ਹਿਆ ਦੇਖ ਅਫਰਿਆ ਸਾਵੇਂ ਜਾਣਾ ਪੰਡਤ ਹੋਇਆ। ਇੱਕ ਦਿਨ ਇਹ ਕਚਕੌਲ ਲੈ ਗਿਆ ਮੁਰਸ਼ਦ ਮੂਰੇ ਧਰਿਆ। ਮੁਰਸ਼ਦ ਕਹਿੰਦੇ ਨੇ ਗੁਰੂ ਨੂੰ, ਆਖਿਆ ਇੱਕ ਵਾਰੀ ਗੁਰੂ ਨੂੰ ਤੇ ਵਿਖਾ ਕੇ ਆਈਏ। ਮਹਾਰਾਜ 60 ਸਾਲ ਹੋ ਗਏ ਮੈਨੂੰ ਕਮਾਈ ਕਰਦਿਆਂ, 60 ਸਾਲ, ਵੇਖੋ ਕਿੰਨਾ ਕੁਝ ਕਮਾਇਆ ਮੈਂ, ਕਿੰਨਾ ਕੁਝ ਭਰਿਆ ਪਿਆ ਮੇਰੇ ਅੰਦਰ। ਇੱਕ ਦਿਨ ਇਹ ਕਚਕੌਲ ਲੈ ਗਿਆ ਮੁਰਸ਼ਦ ਮੂਹਰੇ ਧਰਿਆ, ਤੇ ਮੁਰਸ਼ਦ ਨੇ ਪਤਾ ਕੀ ਕੀਤਾ, ਝੂਠ ਝੂਠ ਕੇ ਉਸ ਉਲਟਾਇਆ ਖਾਲੀ ਸਾਰਾ। ਗੁਰੂ ਨੇ ਆਖਿਆ ਜਮਾਨੇ ਭਰ ਦੀ ਝੂਠ ਚੁੱਕੀ ਫਿਰਦਾ, ਲੈ ਜਾ ਇਹਨੂੰ ਇੱਥੋਂ, ਇਹਦੀ ਲੋੜ ਨਹੀਂ ਹੈਗੀ। ਗੁਰੂ ਦੇ ਕੋਲ ਆਉਣਾ ਹੋਵੇ ਸਿੱਖ ਨੇ ਤੇ ਕਿਵੇਂ ਆਏ? ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਬਿਲਕੁਲ ਇਵੇਂ ਆਏ। ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ, ਭਾਂਡਾ ਆਤਮ ਲੀਨ ਧੋਤਾ ਹੱਛਾ ਨਾ ਹੋਏ ਸੀ, ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਏਤ ਦੁਆਰੇ ਧੋਏ ਹੱਛਾ ਹੋਏ ਸੀ। ਸੁਰਤ ਦੇ ਭਾਂਡੇ ਨੂੰ ਖਾਲੀ ਕਰਕੇ ਅਜੇ ਗੁਰੂ ਦੇ ਕੋਲ ਆਉਣਾ, ਤੇ ਭਾਂਡੇ ਨੂੰ ਖਾਲੀ ਕਰਕੇ। ਭੱਟ ਸਾਹਿਬਾਨਾਂ ਨੇ ਆਖਿਆ ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਵਿਖੇ ਬਿਖ ਖਾਈ। ਬੜੀ ਔਖੀ ਸਿਚੁਏਸ਼ਨ ਹੈ। ਕਿਸੇ ਦੀ ਗਲਤੀ ਨੂੰ ਮਾਫ ਕਰਨਾ, ਇਹਦੇ ਵਾਸਤੇ ਬੜਾ ਵੱਡਾ ਜਿਗਰਾ ਚਾਹੀਦਾ। ਅਸੀਂ ਗੁਰੂ ਕੋਲ ਆਉਂਦੇ ਹਾਂ ਤੇ ਮਹਾਰਾਜ ਸਾਡੀਆਂ ਗਲਤੀਆਂ ਤੇ ਪਰਦਾ ਪਾਓ, ਖਿਮਾ ਕਰੋ ਸਾਨੂੰ। ਹੁਣ ਇਹ ਤੇ ਮੇਰੀ ਕਹਿਣ ਦੀ ਗੱਲ ਹੈ ਨਾ, ਪਰ ਜਿੱਦਣ ਗੇਂਦ ਮੇਰੇ ਪਾਲੇ 'ਚ ਹੋਵੇ ਤੇ ਫੈਸਲਾ ਮੇਰੇ ਹੱਥ ਵਿੱਚ ਹੋਵੇ ਤੇ ਕੋਈ ਬੰਦਾ ਮੇਰੇ ਕੋਲੋਂ ਆਣ ਕੇ ਮਾਫੀ ਮੰਗੇ, ਉਹ ਦਿਨ ਮੇਰੀ ਸਟੇਟਮੈਂਟ ਵੇਖੋ ਤੁਸੀਂ। ਜਿੱਦਣ ਮੈਂ ਮੰਗਣੀ ਹੋਵੇ ਉਦੋਂ ਮੈਂ ਕੀ ਕਹਿਣਾ, ਛੱਡੋ ਜੀ ਮਿੱਟੀ ਪਾਓ ਗੱਲ ਉੱਤੇ, ਏਡੀ ਤੇ ਵੱਡੀ ਗੱਲ ਹੀ ਨਹੀਂ ਸੀ ਹੈਗੀ ਜਿੰਨੀ ਤੁਸੀਂ ਖਿੱਚਣ ਡਏ ਜੀ। ਤੇ ਜਿੱਦਣ ਗੇਂਦ ਮੇਰੇ ਪਾਲੇ 'ਚ ਹੋਵੇ ਤੇ ਫੈਸਲਾ ਮੈਂ ਕਰਨਾ ਹੋਵੇ, ਉਦੋਂ ਫਿਰ ਮੈਂ ਕਹਿਣਾ। ਉਹ ਕਹਿੰਦਾ ਮਾਫ ਕਰੋ ਜੀ ਮੈਨੂੰ, ਮੈਂ ਕਹਿੰਦਾ ਕਿਹੜੀ ਗੱਲ ਦੀ ਮਾਫੀ, ਤੇਰਾ ਗੁਨਾਹ ਮਾਫੀ ਦੇ ਲਾਇਕ ਹੀ ਨਹੀਂ ਹੈਗਾ, ਤੈਨੂੰ ਮਾਫ ਨਹੀਂ ਕੀਤਾ ਜਾਏਗਾ। 4 ਬੰਦਿਆਂ 'ਚ ਖਿਲਾਰ ਕੇ ਤੇਰੀ ਇਨਸਲਟ ਕੀਤੀ ਜਾਏਗੀ, ਕਿਉਂਕਿ ਗੇਂਦ ਮੇਰੇ ਪਾਲੇ 'ਚ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਆਖਿਆ ਇਹਦੇ ਵਾਸਤੇ ਬੜੇ ਵੱਡੇ ਜਿਗਰੇ ਦੀ ਲੋੜ ਹੈ। ਤੁਸੀਂ ਵੇਖੋ ਨਾ ਸਮਾਜ ਦਾ ਤਾਣਾ ਬਾਣਾ, ਘਰ 'ਚ ਲੜਾਈ ਹੋਵੇ, ਪਰਿਵਾਰ 'ਚ ਲੜਾਈ ਹੋਵੇ, ਸੁਸਾਇਟੀ ਵਿੱਚ ਜਾਂ ਸਮਾਜ ਵਿੱਚ ਝਗੜਾ ਹੋਵੇ, ਫੈਸਲਾ ਐਨ ਟੂਕ ਤੇ ਪੱਧਰ ਤੇ ਆਣ ਕੇ ਫੈਸਲਾ ਹੋਣ ਵਾਲਾ ਹੋਵੇ ਤੇ ਬੰਦਾ 40 ਸਾਲ ਪੁਰਾਣੀ ਗੱਲ ਕੱਢ ਕੇ ਤੇ ਅੱਗੇ ਰੱਖਦਾ ਵੀ 40 ਸਾਲ ਪਹਿਲਾਂ ਇਹਨੇ ਮੈਨੂੰ ਇਹ ਗੱਲ ਕਹੀ ਸੀ। ਫੈਸਲਾ ਹੋਣ ਵਾਲਾ, ਸਾਰੀ ਗੱਲ ਨਿਪਟ ਗਈ। ਜਿਹੜੇ ਪਤਵੰਤੇ ਬੰਦੇ ਸਨ, ਸੱਜਣ ਸਨ, ਉਹਨਾਂ ਨੇ ਗੱਲ ਮੁਕਾ ਦਿੱਤੀ। ਜਦੋਂ ਗੱਲ ਮੁੱਕਣ ਤੇ ਆਉਂਦੀ ਹੈ ਤੇ ਬੰਦਾ ਫਿਰ 40 ਸਾਲ 25 ਸਾਲ 20 ਸਾਲ ਪੁਰਾਣੀ ਗੱਲ ਕੱਢ ਕੇ ਤੇ ਅੱਗੇ ਰੱਖ ਕੇ ਕਹਿੰਦਾ ਵੇਖੋ ਜੀ ਇਹਨੇ ਮੈਨੂੰ ਇਹ ਗੱਲ ਕਹੀ ਸੀ, ਮੈਂ ਕਿਵੇਂ ਮੰਨ ਸਕਦਾ ਇਹਦੀ ਗੱਲ ਨੂੰ। ਤੋ ਐਵੇਂ ਗੱਲ ਨਿਪਟ ਨਹੀਂ ਸਕਦੀ ਕਦੇ ਵੀ, ਗੱਲ ਸਿਰੇ ਨਹੀਂ ਚੜੇਗੀ। ਤੋ ਭੱਟ ਸਾਹਿਬਾਨਾਂ ਨੇ ਆਖਿਆ ਇਸ ਪੱਧਰ ਤੇ ਜੀਵਨ ਜੀ ਰਹੇ ਹਾਂ ਅਸੀਂ, ਇਸ ਪੱਧਰ ਦੇ ਉੱਤੇ ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਹੀ, ਮਾਇਆ ਮੋਹ ਭਰਮ ਪੈ ਭੂਲੇ ਸੁਤ ਦਾਰਾ ਸਿਉ। ਧੀਆਂ ਦੇ ਕਰਕੇ, ਪੁੱਤਰਾਂ ਦੇ ਕਰਕੇ, ਸਕੇ ਸੰਬੰਧੀਆਂ ਦੇ ਕਰਕੇ ਹਰ ਵੇਲੇ ਜ਼ਹਿਰ ਖਾ ਰਹੇ ਹਾਂ ਅਸੀਂ, ਜ਼ਹਿਰ ਖਾ ਰਹੇ ਹਾਂ। ਹਰ ਬੰਦਾ ਚਾਹੁੰਦਾ ਕਿ ਸਮਾਜ ਵਿੱਚ ਜਿੰਨੇ ਵੀ ਲੋਕ ਨੇ ਉਹ ਭਾਵੇਂ ਭੁੱਖੇ ਰਹਿਣ ਪਰ ਮੇਰੇ ਪਰਿਵਾਰ ਦੀ ਨੂੰ ਰੋਟੀ ਮਿਲਣੀ ਚਾਹੀਦੀ। ਇਸ ਲੈਵਲ ਤੇ ਆਣ ਕੇ ਹੁਣ ਸੋਚ ਕੇ ਵੇਖੋ ਭਲਾ, ਇੱਥੇ ਇੱਕ ਬੰਦਾ ਵੀ ਇਹ ਸੋਚ ਰਿਹਾ, ਦੂਜਾ, ਤੀਜਾ, ਚੌਥਾ, ਜਿੰਨੇ ਵੀ ਸੁਸਾਇਟੀ ਵਿੱਚ ਲੋਕ ਨੇ ਸਾਰੇ ਇਹ ਸੋਚਦੇ ਨੇ। ਘਾਟਾ ਪਤਾ ਕੌਣ ਖਾਏਗਾ? ਜਿਹੜਾ ਉਹਨਾਂ ਸਾਰਿਆਂ ਚੋਂ ਇਮਾਨਦਾਰ ਹੋਏਗਾ। ਇਮਾਨਦਾਰ, ਕਿਉਂਕਿ ਸਾਰੀ ਟੋਲੀ ਬੇਈਮਾਨਾਂ ਦੀ ਹੈ।
ਜਿਹੜਾ ਇਮਾਨਦਾਰ ਹੋਏਗਾ ਉਹਨੂੰ ਲੋਕ ਕੀ ਕਹਿਣਗੇ? ਕਹਿਣਗੇ ਤੇ ਨਾਰਮਲ ਹੀ ਨਹੀਂ ਹੈਗਾ, ਕਿਉਂਕਿ ਉਹ ਬਾਕੀਆਂ ਵਰਗਾ ਜੁਨਾਨਾ ਹੋਇਆ। ਸਾਰੇ ਲੋਕ ਇੱਕ ਬੰਨੇ ਖਲੋਤੇ ਹੋਣ ਤੇ ਇੱਕ ਇਮਾਨਦਾਰ ਬੰਦਾ ਇੱਕ ਬੰਨੇ ਖਲੋਤਾ ਹੋਵੇ ਤੇ ਲੋਕ ਕੀ ਕਹਿਣਗੇ? ਇਹ ਨਾਰਮਲ ਨਹੀਂ। ਬਿਲਕੁਲ ਉਵੇਂ ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਿਸ਼ੋਰ ਅਵਸਥਾ ਦੇ ਵਿੱਚ ਸਨ ਤੇ ਲੋਕਾਂ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਮਾਤਾ ਪਿਤਾ ਨੂੰ ਆਖਿਆ ਆਪਣੇ ਪੁੱਤਰ ਦਾ ਇਲਾਜ ਕਰਾਓ, ਤੇ ਨਾਰਮਲ ਹੀ ਨਹੀਂ ਹੈਗਾ। ਇਹ ਤੇ ਕਿਸੇ ਨਾਲ ਬੋਲਦਾ ਨਹੀਂ, ਹੱਸਦਾ ਨਹੀਂ, ਖੇਡਦਾ ਨਹੀਂ, ਗੱਲ ਨਹੀਂ ਕਰਦਾ, ਕਿਉਂਕਿ ਉਸ ਦਿਨ ਅਜੇ ਪ੍ਰੋਸੈਸ ਆਰੰਭ ਨਹੀਂ ਸੀ ਹੋਇਆ। ਲੋਕਾਂ ਨੇ ਥੋੜੀਆਂ ਗੱਲਾਂ ਨਹੀਂ ਸੀ ਕੀਤੀਆਂ, ਬੜੀਆਂ ਗੱਲਾਂ ਕੀਤੀਆਂ, ਬੜੀਆਂ ਸਟੇਟਮੈਂਟਾਂ ਦਿੱਤੀਆਂ। ਉਹ ਤੇ ਜਦੋਂ ਰਿਜ਼ਲਟ ਸਾਹਮਣੇ ਆਏ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਮਹਾਨਤਾ ਲੋਕਾਂ ਦੇ ਸਾਹਮਣੇ ਆਈ ਤੇ ਲੋਕਾਂ ਨੂੰ ਮਜਬੂਰੀ ਵਸ ਸਜਦੇ ਕਰਨੇ ਪਏ ਕਿ ਏਡੀ ਮਹਾਨਤਾ ਵਾਲਾ ਜੀਵਨ ਹੈ ਇਹਨਾਂ ਦਾ। ਨਹੀਂ ਤੇ ਮੇਰੇ ਵਰਗਾ ਤੁਰਿਆ ਜਾਂਦਾ ਬੰਦਾ ਕਬੀਰ ਸਾਹਿਬ ਨੂੰ ਵੇਖ ਕੇ ਕਹਿੰਦਾ ਸੀ ਲੋਕ ਕਹੇ ਕਬੀਰ ਬੋਰਾਨਾ, ਪਰ ਜਦੋਂ ਨਤੀਜੇ ਨਿਕਲ ਕੇ ਸਾਹਮਣੇ ਆਏ ਫਿਰ ਅਸੈਪਟ ਕਰਨਾ ਪਿਆ ਵੀ ਨਹੀਂ, ਅਸੀਂ ਗਲਤ ਸੀ, ਕਬੀਰ ਸਾਹਿਬ ਸੱਚਮੁੱਚ ਹੀ ਮਹਾਨ ਸਨ। ਪਹਿਲਾਂ ਗੱਲ ਕਹਿ ਦੇਣੀ ਤੇ ਨਤੀਜੇ ਆਉਣ ਤੋਂ ਬਾਅਦ ਵਿੱਚ ਆਪਣੀ ਸਟੇਟਮੈਂਟ ਨੂੰ ਚੈੱਕ ਕਰਕੇ ਵੇਖਣਾ, ਫਿਰ ਪਤਾ ਲੱਗਦਾ ਵੀ ਪਹਿਲਾਂ ਅਸੀਂ ਕੀ ਕਹਿ ਰਹੇ ਸੀ ਤੇ ਹੁਣ ਅਸੀਂ ਕਿੱਥੇ ਖਲੋਤੇ ਹੋਏ ਹਾਂ। ਇਹਦੀ ਉਦਾਹਰਣ ਵੇਖਣੀ ਹੋਵੇ ਨਾ, ਧੰਨ ਗੁਰੂ ਕਲਗੀਧਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜਿਸ ਵੇਲੇ ਕੇਸਗੜ੍ਹ ਦੇ ਮੈਦਾਨ ਵਿੱਚ ਖਲੋ ਕੇ ਸਟੇਜ ਦੇ ਉੱਤੇ ਸ਼ਮਸ਼ੀਰ ਲੈ ਕੇ ਮਹਾਰਾਜ ਕਿਰਪਾਨ ਲੈ ਕੇ ਤੇ ਕਹਿੰਦੇ ਨੇ ਮੈਨੂੰ ਇੱਕ ਸਿਰ ਦੀ ਲੋੜ ਹੈ, ਬੜੇ ਉੱਠੇ ਹੋਣਗੇ ਤੇ ਕੁਝ ਮੇਰੇ ਵਰਗੇ ਵੀ ਹੋਣਗੇ ਜਿਹੜੇ ਕਹਿੰਦੇ ਹੋਣਗੇ ਇਹ ਕੀ ਗੱਲ ਹੋਈ ਭਲਾ? ਕਦੀ ਨੰਗੀ ਤਲਵਾਰ ਲੈ ਕੇ ਵੀ ਸਿਰ ਮੰਗਣਾ ਚਾਹੀਦਾ ਗੁਰੂ ਨੂੰ? ਗੁਰੂ ਨੂੰ ਏਦਾਂ ਨਹੀਂ ਸੀ ਕਰਨਾ ਚਾਹੀਦਾ। ਸਿੱਖਾਂ ਨੇ ਵਾਰੋ ਵਾਰੀ ਆਪਣਾ ਸੀਸ ਭੇਟ ਕੀਤਾ, ਪਰ ਵਿੱਚ ਐਸੇ ਬੰਦੇ ਵੀ ਹੋਣਗੇ ਜਿਹੜੇ ਉਦੋਂ ਨਹੀਂ ਖਲੋਤੇ ਤੇ ਬਾਅਦ ਵਿੱਚ ਕਹਿੰਦੇ ਹੋਣਗੇ ਮੈਂ ਤੇ ਬਿਲਕੁਲ ਤਿਆਰ ਖੜਾ ਸੀ, ਉਹ ਤੇ ਗੁਰੂ ਸਾਹਿਬ 6ਵੀਂ ਵਾਰੀ ਆਏ ਨਹੀਂ ਤੇ ਮੈਂ ਵੀ ਆਪਣਾ ਸਿਰ ਦੇ ਦੇਣਾ ਸੀ। ਆਪਣੀ ਗਲਤੀ ਨਹੀਂ ਮੰਨੀ ਉਹਨੇ ਵੀ ਸੱਚਮੁੱਚ ਹੀ ਮੈਂ ਡਰ ਗਿਆ ਸੀ, ਸੱਚਮੁੱਚ ਹੀ ਮੈਂ ਗਿਆ ਸੀ ਨੰਗੀ ਕਿਰਪਾਨ ਵੇਖ ਕੇ, ਮੇਰਾ ਹੌਸਲਾ ਹੀ ਨਹੀਂ ਪਿਆ ਮੈਂ ਉੱਠ ਕੇ ਖਲੋਵਾਂ। ਪਰ ਜਦੋਂ ਪੰਜ ਪਿਆਰੇ ਸਾਜੇ ਗਏ ਤੇ ਉਹਨੇ ਆਖਿਆ ਉਹ ਤੇ ਗੁਰੂ ਸਾਹਿਬ 6ਵੀਂ ਵਾਰੀ ਆਏ ਨਹੀਂ ਤੇ ਮੈਂ ਤੇ ਬਿਲਕੁਲ ਤਿਆਰ ਬੈਠਾ ਸੀ ਸੀਸ ਦੇਣ ਦੇ ਲਈ। ਗਲਤੀ ਐਕਸੈਪਟ ਨਹੀਂ ਕੀਤੀ ਸਿੱਖ ਨੇ ਆਪਣੀ। ਅੱਜ ਦੁਨੀਆ ਦੇ ਲੋਕ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੁਨੀਆ ਦੇ तमाम ਧਾਰਮਿਕ ਗ੍ਰੰਥਾਂ ਦੇ ਵਿੱਚੋਂ ਮਹਾਨਤਾ ਵਾਲਾ ਗ੍ਰੰਥ ਹੈ। ਇਹ ਤੇ ਅੱਜ ਦੀ ਗੱਲ ਹੈ ਨਾ, ਕਹਿਣ ਦੀ ਗੱਲ ਹੈ। ਜਦੋਂ ਰਿਜ਼ਲਟ ਆਉਣਗੇ, ਸਿੱਟੇ ਆਉਣਗੇ, ਫਿਰ ਵੇਖਾਂਗੇ। ਸਵਾਲ ਇਹ ਹੈ ਵੀ ਅੱਜ ਅਸੀਂ ਕਿੱਥੇ ਖਲੋਤੇ ਹੋਏ ਹਾਂ? ਕਿ ਸੱਚਮੁੱਚ ਅਸੀਂ ਗੁਰੂ ਨੂੰ ਮਹਾਨ ਮੰਨਦੇ ਹਾਂ? ਕਿ ਸੱਚਮੁੱਚ ਅਸੀਂ ਐਕਸੈਪਟ ਕਰਦੇ ਹਾਂ ਵੀ ਥਿਊਰੀ ਵਿੱਚ ਕੋਈ ਕਮੀ ਨਹੀਂ, ਮੇਰੇ ਜੀਵਨ ਵਿੱਚ ਹੀ ਕਮੀ ਹੈ, ਮੈਂ ਬਾਣੀ ਨੂੰ ਪ੍ਰੈਕਟੀਕਲ ਨਹੀਂ ਕਰ ਪਾਇਆ ਆਪਣੀ ਲਾਈਫ ਦੇ ਵਿੱਚ। ਇਹ ਗਲਤੀ ਮੰਨਣੀ ਸਵੀਕਾਰ ਕਰਨੀ ਸਿੱਖੀ ਅਸੀਂ ਆਪਣੇ ਜੀਵਨ ਦੇ ਵਿੱਚ। ਇਹ ਗਲਤੀ ਹੁਣ ਭੱਟ ਸਾਹਿਬਾਨ ਨੇ ਆਖਿਆ ਅੰਮ੍ਰਿਤ ਛਾੜ ਬਿਖੈ ਬਿਖ ਖਾਈ, ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਓ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਛੱਡਣਾਈ। ਜਿਹੜੇ ਗੁਰੂ ਦੇ ਅੱਗੇ ਸਜਦਾ ਕੀਤਾ ਨਾ ਭੱਟ ਸਾਹਿਬਾਨਾਂ ਨੇ, ਉਹ ਗੁਰੂ ਏਡੀ ਮਹਾਨਤਾ ਵਾਲਾ ਐਵੇਂ ਨਹੀਂ ਸੀ ਬਣ ਗਿਆ। ਉਸ ਗੁਰੂ ਦੀ ਮਹਾਨਤਾ ਦੇ ਜੀਵਨ ਨੂੰ ਪੜ੍ਹ ਕੇ ਵੇਖੋ ਕਿੰਨਾ ਸੰਘਰਸ਼ ਉਹਨਾਂ ਨੇ ਆਪਣੇ ਲਾਈਫ ਦੇ ਵਿੱਚ ਕੀਤਾ। 7 ਸਾਲ ਦੇ ਸਨ, ਚੂਨਾ ਮੰਡੀ ਲਾਹੌਰ ਦੇ ਵਿੱਚ 9 ਅਕਤੂਬਰ 1534 ਨੂੰ ਪ੍ਰਕਾਸ਼ ਹੋਇਆ। 7 ਸਾਲ ਦੇ ਵਿੱਚ ਮਾਂ-ਬਾਪ ਚਲਾਣਾ ਕਰ ਗਏ। ਚਾਚਿਆਂ ਨੇ, ਤਾਇਆਂ ਨੇ, ਸ਼ਰੀਕੇ ਵਾਲਿਆਂ ਨੇ ਬਾਹ ਨਹੀਂ ਫੜੀ। ਆਖਿਆ ਜੰਮਦਿਆਂ ਆਪਣੇ ਮਾਂ-ਬਾਪ ਨੂੰ ਖਾ ਗਿਆ, ਖੌਰੇ ਕਿਹੜਾ ਬਦਨਸੀਬ ਹੋਵੇ, ਸਾਡੇ ਘਰ ਵਿੱਚ ਆ ਗਿਆ ਤੇ 2 ਫਾੜ ਨਾ ਹੋ ਜਾਏ ਸਾਡਾ ਘਰ। ਕਿਸੇ ਨੇ ਬਾਹ ਨਹੀਂ ਫੜੀ। ਉਹ ਬਚਪਨ ਜਿੰਨੇ ਖੇਡ ਕੇ ਤੇ ਹੱਸ ਖੇਡ ਕੇ ਵੱਡਾ ਹੋਣਾ ਸੀ, ਉਹ ਬਚਪਨ ਚਿੰਤਾਵਾਂ ਦੇ ਨਾਲ ਭਰਿਆ ਗਿਆ, ਤਾਨਿਆਂ ਤੇ ਮਿਹਣਿਆਂ ਦੇ ਨਾਲ ਭਰਿਆ ਗਿਆ। ਓੜਕ ਨੂੰ ਨਾਨੀ ਨੇ ਬਾਹ ਫੜੀ ਤੇ ਆਪਣੇ ਪਿੰਡ ਬਾਸਰ ਕੇ ਲੈ ਆਈ। ਬਜ਼ੁਰਗ ਸੀ ਨਾਨੀ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜੱਦੀ ਨਿੱਜੀ ਪਿੰਡ ਸੀ ਬਾਸਰ ਕੇ। ਹਜ਼ੂਰ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਉੱਥੇ ਹੋਇਆ ਸੀ। ਬਜ਼ੁਰਗ ਨਾਨੀ ਆਪਣੇ ਕੋਲ ਲੈ ਆਈ ਭਾਈ ਜੇਠਾ ਜੀ ਨੂੰ, ਵੱਡੇ ਸਨ ਪਰਿਵਾਰ ਵਿੱਚ ਤੇ ਨਾਮ ਜੇਠਾ ਸੀ ਇਸ ਕਰਕੇ। ਨਾਨੀ ਆਪਣੇ ਕੋਲ ਲੈ ਆਈ। ਹੁਣ ਖਾਣ ਦਾ ਤੇ ਪੀਣ ਦਾ ਕੋਈ ਸਾਧਨ ਨਹੀਂ ਹੈਗਾ, ਕਮਾਈ ਕਰੇ ਕੌਣ? ਨਾਨੀ ਤੇ ਬਜ਼ੁਰਗ ਹੈ। ਤੇ ਛੋਟੇ ਜਿਹੇ ਬੱਚੇ ਦੇ ਸਿਰ ਦੇ ਉੱਤੇ ਘੁੰਗਣੀਆਂ ਦੀ ਤੇ ਖਿੱਲੀਆਂ ਦੀ ਟੋਕਰੀ ਚਕਾ ਦੇਣੀ ਨਾਨੀ ਨੇ, ਤੇ ਨਾਲੇ ਅੱਖਾਂ ਵਿੱਚ ਅਥਰੂ ਭਰ ਲੈਣੇ। ਆਪਣੀ ਵਿਛੜੀ ਹੋਈ ਧੀ ਨੂੰ ਯਾਦ ਕਰੇ, ਆਪਣੇ ਵਿਛੜੇ ਹੋਏ ਜਵਾਈ ਨੂੰ ਯਾਦ ਕਰੇ ਕਿ ਛੋਟੇ ਬੱਚੇ ਦੇ ਸਿਰ ਤੇ ਟੋਕਰੀ ਚਕਾਵੇ। ਉਹ ਕੀ ਕਰੇ ਨਾਨੀ? ਬੜੀ ਪਰੇਸ਼ਾਨ ਮਨ, ਪਛੇਮਾਨ ਹੈ ਮਨ ਉਹਦਾ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਸ ਵੇਲੇ ਗੋਇੰਦਵਾਲ ਦਾ ਨਗਰ ਵਸਾਇਆ, ਹਜ਼ੂਰ ਨੇ ਆਪਣੇ ਇਲਾਕੇ ਦੇ ਲੋਕਾਂ ਨੂੰ ਸੱਦਾ ਪੱਤਰ ਭੇਜਿਆ ਕਿ ਤੁਸੀਂ ਇੱਥੇ ਆਣ ਕੇ ਵਸ ਸਕਦੇ ਹੋ। ਸਾਰੇ ਲੋਕ ਆਏ। ਨਾਨੀ ਵੀ ਆਪਣੇ ਦੋਤੇ ਨੂੰ ਨਾਲ ਲੈ ਕੇ ਤੇ ਉਹ ਉਸ ਇਲਾਕੇ ਦੇ ਵਿੱਚ ਗੋਇੰਦਵਾਲ ਦੇ ਨਗਰ ਵਿੱਚ ਆ ਵਸੀ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਨੇੜਤਾ ਵਧੀ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਨੇ ਪੜ੍ਹਾਈ ਦਾ, ਸਿਖਲਾਈ ਦਾ ਸਾਰਾ ਪ੍ਰਬੰਧ ਕੀਤਾ ਤੇ ਬੜੇ ਯੋਗ ਗੁਣਾਂ ਵਾਲੇ ਉਹ ਨਿਬੜੇ, ਬੜੇ ਯੋਗ ਗੁਣਾਂ ਦੇ ਵਾਲੇ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਤਨੀ ਨੇ ਇੱਕ ਦਿਨ ਆਖਿਆ, ਮਹਾਰਾਜ ਆਪਣੀ ਬੱਚੀ ਬੀਬੀ ਭਾਨੀ ਜਵਾਨ ਹੈ,
ਇਹਦੇ ਵਾਸਤੇ ਕੋਈ ਯੋਗ ਵਰ ਲੱਭਣਾ ਚਾਹੀਦਾ। ਤੇ ਮਹਾਰਾਜ ਕਹਿੰਦੇ ਨੇ ਮੇਰੇ ਨਾਲੋਂ ਚੰਗਾ ਤੁਸੀਂ ਦੱਸ ਸਕਦੇ ਹੋ, ਤੁਸੀਂ ਮੇਰੇ ਨਾਲ ਜੀਵਨ ਦਾ ਇੰਨਾ ਲੰਮਾ ਸਮਾਂ ਹੰਢਾਇਆ, ਤੁਹਾਨੂੰ ਤਜਰਬਾ ਹੋਏਗਾ ਕਿ ਇੱਕ ਪਤਨੀ ਨੂੰ ਕਿਹੋ ਜਿਹਾ ਪਤੀ ਚਾਹੀਦਾ। ਤੁਹਾਡੀ ਬੱਚੀ ਦੀ ਜ਼ਿੰਦਗੀ ਦਾ ਸਵਾਲ ਹੈ, ਮੇਰੇ ਨਾਲੋਂ ਚੋਣ ਤੁਹਾਡੀ ਵਧੀਆ ਹੋਏਗੀ, ਤੁਸੀਂ ਦੱਸੋ ਕਿ ਕਿਹੋ ਜਿਹਾ ਪਤੀ ਹੋਣਾ ਚਾਹੀਦਾ। ਤੇ ਮਾਤਾ ਨੇ ਇਸ਼ਾਰਾ ਕਰਕੇ ਆਖਿਆ ਮਹਾਰਾਜ ਭਾਈ ਜੇਠੇ ਵਰਗਾ ਹੋਵੇ। ਉਦਾਹਰਣ ਸੀ ਨਾ, ਇੱਕ ਉਦਾਹਰਣ ਸੀ। ਸਾਡੇ ਜੀਵਨ ਚ ਇਵੇਂ ਨਹੀਂ ਵਾਪਰਦਾ। ਅਸੀਂ ਕੀ ਵੇਖਦੇ ਹਾਂ? ਬੈਂਕ ਬੈਲੈਂਸ, ਅਸੀਂ ਵੇਖਦੇ ਹਾਂ ਪ੍ਰਾਪਰਟੀਆਂ, ਤੇ ਅਸੀਂ ਗੁਣ ਨਹੀਂ ਵੇਖਦੇ। ਇਸ ਕਰਕੇ ਸਾਡੀ ਸਾਰੀ ਉਮਰ ਕੰਧਾਂ ਨੂੰ ਵੇਖਦਿਆਂ ਤੇ ਪੈਸੇ ਵੇਖਦਿਆਂ ਲੰਘ ਜਾਂਦੀ ਏ। ਪਤੀ ਦੇ ਜੀਵਨ ਵਿੱਚ ਅਸੀਂ ਗੁਣ ਨਾ ਵੇਖੇ ਸਨ ਤੇ ਨਾ ਸਾਨੂੰ ਉਹ ਨਸੀਬ ਹੀ ਹੋ ਸਕੇ। ਅਸੀਂ ਮਾਨੋ ਇਵੇਂ ਆਪਣੇ ਜੀਵਨ ਦਾ ਐਗਰੀਮੈਂਟ ਤੈਅ ਕਰਦੇ ਹਾਂ ਵੀ ਅਸੀਂ ਸਾਰੀ ਉਮਰ ਦੁੱਖ ਭੋਗਣ ਲਈ ਤਿਆਰ ਹਾਂ, ਬਸ ਸਾਨੂੰ ਇੰਨੇ ਪੈਸੇ ਦੇ ਦਿਓ। ਅਸੀਂ ਪ੍ਰਾਪਰਟੀ ਵੇਖ ਕੇ ਰਿਸ਼ਤੇ ਕਰਦੇ ਹਾਂ। ਗੁਰੂ ਨੇ ਗੁਣ ਵੇਖ ਕੇ, ਗੁਣਾਂ ਨੂੰ ਤਰਜੀਹ ਦੇ ਕੇ ਰਿਸ਼ਤਾ ਕੀਤਾ। ਬੀਬੀ ਭਾਨੀ ਜੀ ਦਾ ਆਨੰਦ ਕਾਰਜ ਹੋਇਆ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀ ਯੋਗਤਾ ਨੂੰ ਵੇਖ ਕੇ ਗੁਰੂ ਅਮਰਦਾਸ ਮਹਾਰਾਜ ਨੇ ਆਪਣੀ ਥਾਂ ਛੱਡੀ ਤੇ ਭਾਈ ਜੇਠਾ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੂੰ ਗੁਰਤਾ ਗੱਦੀ ਦੇ ਉੱਤੇ ਉਹਨਾਂ ਨੇ ਬਿਰਾਜਮਾਨ ਕੀਤਾ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਸਿੱਖ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਰਵਾਬੀ ਕੀਰਤਨੀਏ ਭਾਈ ਸੱਤਾ ਅਤੇ ਬਲਵੰਡ ਜੀ ਦੀ ਤੀਜੀ ਵਾਰ ਪੜ੍ਹਦੇ ਆ ਨਾ, ਉਹਨਾਂ ਨੇ ਗੁਰੂ ਦੀ ਮਹਾਨਤਾ ਨੂੰ ਬਿਆਨ ਕਰਦਿਆਂ ਇਹ ਸ਼ਬਦ ਆਪਣੀ ਬਾਣੀ ਦੇ ਆਪਣੀ ਵਾਰ ਵਿੱਚ ਕਹੇ। ਕਹਿਣ ਲੱਗੇ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੇ ਧਾਰਿਆ। ਅਗਲੀ ਪੰਕਤੀ ਬੜੀ ਕਮਾਲ ਦੀ ਹੈ। ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਸਿੱਖ ਬਣ ਕੇ, ਜਵਾਈ ਬਣ ਕੇ ਨਹੀਂ, ਸਿੱਖ ਬਣ ਕੇ ਉਹਨਾਂ ਨੇ ਗੁਰੂ ਦੀ ਨੇੜਤਾ ਤੇ ਗੁਰੂ ਦੇ ਨਿੱਘ ਨੂੰ ਮਾਣਿਆ, ਦਾਵਾ ਨਹੀਂ ਕੀਤਾ। ਤੁਸੀਂ ਪੂਰੇ ਇਤਿਹਾਸ ਨੂੰ ਪੜ੍ਹ ਕੇ ਵੇਖੋ, ਜਦੋਂ ਵੀ ਅਸੀਂ ਉਜੜੇ ਹੁਣ ਅਸੀਂ ਸਿੱਖ ਸੀ ਤੇ ਪਦਵੀਆਂ ਨੇ ਸਾਡੇ, ਸਫਲਤਾ ਨੇ ਸਾਡੇ ਪੈਰ ਚੁੰਮੇ, ਤੇ ਜਿੱਦਣ ਅਸੀਂ ਮਾਲਕ ਬਣ ਕੇ ਐਸ਼ ਪ੍ਰਸਤੀਆਂ ਵਿੱਚ ਪਏ, ਸਾਡੇ ਹੱਥ ਆਇਆ ਹੋਇਆ ਰਾਜ ਸਾਡੇ ਕੋਲੋਂ ਖੁੱਸਦਿਆਂ ਦੇਰ ਨਾ ਲੱਗੀ। ਕਿਉਂਕਿ ਗੁਰਬਾਣੀ ਦੀ ਇਹ ਬੜੀ ਕੀਮਤੀ ਬਾਤ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਖੀ, ਦੁੱਖ ਦਾਰੂ ਸੁੱਖ ਰੋਗ ਪਿਆ, ਜਾਂ ਸੁੱਖ ਤਾਮ ਨਾ ਹੋਈ। ਤੁਸੀਂ ਮਾਲਕ ਬਣੋਗੇ, ਪਦਵੀਆਂ ਖੁੱਸਣਗੀਆਂ, ਸੇਵਾਦਾਰ ਬਣੋਗੇ, ਪਦਵੀਆਂ ਤੁਹਾਡੇ ਪੈਰ ਚੁੰਮਣਗੀਆਂ। ਜਿੱਥੇ ਅੱਜ ਆਪਾਂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ, ਸਾਡੀ ਕੌਮ ਦੇ ਦੋ ਮਹਾਨ ਮਰਜੀਵੜੇ ਯੋਧੇ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁਖਾ, ਜਿਨ੍ਹਾਂ ਨੇ ਉਸ ਸਮੇਂ ਦੇ ਭਾਰਤ ਦੇ ਕਮਾਂਡਰ ਇਨ ਚੀਫ ਜਨਰਲ ਵੈਦਿਆ ਦਾ ਕਤਲ ਕੀਤਾ ਸੀ ਔਰ ਅਸੈਪਟ ਕੀਤੀ, ਔਰ ਲੱਡੂ ਵੀ ਇਸ ਗੱਲ ਦੇ ਉੱਤੇ ਵੰਡੇ ਜਦੋਂ ਉਹਨਾਂ ਨੂੰ ਫਾਂਸੀ ਦਾ ਹੁਕਮ ਦਿੱਤਾ ਗਿਆ ਕਿ ਇਹਨਾਂ ਨੂੰ ਫਾਂਸੀ ਦੇ ਕੇ ਸ਼ਹੀਦ ਕੀਤਾ ਜਾਏਗਾ। ਜਦੋਂ ਸਰਦਾਰ ਹਰਜਿੰਦਰ ਸਿੰਘ ਜਿੰਦਾ ਦੇ ਪਿਤਾ ਸਰਦਾਰ ਤਰਲੋਕ ਸਿੰਘ ਉਹਨਾਂ ਨੂੰ ਮਿਲਣ ਵਾਸਤੇ ਆਏ ਤੇ ਅੱਖਾਂ ਵਿੱਚ ਅਥਰੂ ਭਰ ਕੇ ਰੋਣ ਲੱਗੇ। ਸਰਦਾਰ ਹਰਜਿੰਦਰ ਸਿੰਘ ਜਿੰਦਾ ਨੇ ਆਖਿਆ ਵੀ ਇਹ ਵਕਤ ਰੋਣ ਦਾ ਨਹੀਂ ਹੈਗਾ, ਇਹ ਠੀਕ ਹੈ, ਅੱਜ ਆਪਣੀ ਆਖਰੀ ਮੁਲਾਕਾਤ ਹੈ ਔਰ ਆਪਾਂ ਦੋਵੇਂ ਜਾਣਦੇ ਹਾਂ ਵੀ ਅੱਜ ਤੋਂ ਬਾਅਦ ਆਪਾਂ ਕਦੇ ਵੀ ਨਹੀਂ ਮਿਲਣਾ, ਪਰ ਬਾਪੂ ਜੀ ਮੈਂ ਤੁਹਾਡੇ ਮੂੰਹ ਦੇ ਵਿੱਚੋਂ ਜੈਕਾਰੇ ਦੀ ਆਵਾਜ਼ ਬਾਹਰ ਖਲੋਤਿਆਂ ਸੁਣਨੀ ਚਾਹੁੰਦਾ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਇਹ ਸ਼ਹੀਦ ਪੁੱਤਰ ਦਾ ਬਾਪ ਹੈ। ਇਹ ਮਾਣ ਮੈਨੂੰ ਮਹਿਸੂਸ ਹੋਵੇ। ਮੈਂ ਤੁਹਾਡੇ ਕੋਲੋਂ ਕੋਈ ਅੰਤਿਮ ਇੱਛਾ ਨਹੀਂ ਰੱਖਦਾ, ਮੇਰੀ ਕੋਈ ਆਖਰੀ ਮੰਗ ਨਹੀਂ ਹੈਗੀ। ਮੇਰੀ ਤੁਹਾਡੇ ਚਰਨਾਂ ਵਿੱਚ ਇੰਨੀ ਬੇਨਤੀ ਹੈ ਵੀ ਤੁਸੀਂ ਆਪਣੀਆਂ ਅੱਖਾਂ ਵਿੱਚ ਅਥਰੂ ਭਰਨ ਦੀ ਬਜਾਏ ਜਦੋਂ ਜੇਲ੍ਹ ਤੋਂ ਬਾਹਰ ਜਾਓ ਤੇ ਉੱਚੀ ਆਵਾਜ਼ ਵਿੱਚ ਜੈਕਾਰਾ ਲਾਉਣਾ ਤਾਂ ਕਿ ਲੋਕਾਂ ਨੂੰ ਮਹਿਸੂਸ ਹੋਵੇ ਵੀ ਇਸ ਬਾਪ ਦਾ ਜਿਹੜਾ ਪੁੱਤਰ ਹੈ ਉਹ ਕੱਲ ਨੂੰ ਫਾਂਸੀ ਦੇ ਫੰਦੇ ਨੂੰ ਚੁੰਮ ਕੇ ਤੇ ਸ਼ਹੀਦੀ ਨੂੰ ਪ੍ਰਵਾਨ ਕਰੇਗਾ। ਔਰ ਵੇਖੋ ਇਹ ਉਹ ਸਮਾਂ ਸੀ ਜਦੋਂ ਸਾਡੇ ਸਿਰਾਂ ਦੇ ਉੱਤੋਂ ਪੱਗਾਂ ਲੱਥ-ਲੱਥ ਕੇ ਜ਼ਮੀਨ ਤੇ ਡਿੱਗ ਰਹੀਆਂ ਸਨ। ਇਹਨਾਂ ਦੋ ਮਹਾਨ ਮਰਜੀਵੜੇ ਯੋਧਿਆਂ ਨੇ ਡਿੱਗੀਆਂ ਹੋਈਆਂ ਪੱਗਾਂ ਸਾਡੇ ਸਿਰਾਂ ਤੇ ਰੱਖੀਆਂ ਤੇ ਭਾਰਤ ਦੇ ਰਾਸ਼ਟਰਪਤੀ ਨੂੰ ਚਿੱਠੀ ਲਿਖੀ। ਕਹਿਣ ਲੱਗੇ ਅਸੀਂ ਇਸ ਗੱਲ ਨੂੰ ਕਬੂਲ ਕਰਦੇ ਹਾਂ, ਅਸੀਂ ਜਰਾਇਮ ਪੇਸ਼ਾ ਕੌਮ ਨਹੀਂ ਹੈਗੇ ਤੇ ਨਾ ਸਾਡੀ ਕਿਸੇ ਨਾਲ ਕੋਈ ਨਿੱਜੀ ਦੁਸ਼ਮਣੀ ਹੈ, ਪਰ ਅਸੀਂ ਇਸ ਗੱਲ ਦਾ ਜਵਾਬ ਤੁਹਾਡੇ ਕੋਲੋਂ ਚਾਹੁੰਦੇ ਹਾਂ ਕਿ ਭਾਰਤ ਦਾ ਸਿਸਟਮ ਤੇ ਭਾਰਤ ਸਰਕਾਰ ਇੰਨੀ ਬੇਬਸ ਹੋ ਗਈ ਸੀ, ਜਿਹੜੀ ਜ਼ਹਿਰੀਲੀ ਗੈਸ ਤੇ ਜਿਹੜੇ ਮਾਰੂ ਹਥਿਆਰਾਂ ਦੀ ਵਰਤੋਂ ਕਰਨ ਦੇ ਉੱਤੇ ਜਨੇਵਾ ਦੀ ਸੰਧੀ ਉੱਤੇ ਜ਼ਹਿਰੀਲੀਆਂ ਗੈਸਾਂ ਤੇ ਉਹੀ ਮਾਰੂ ਹਥਿਆਰ ਤੁਸੀਂ ਦਰਬਾਰ ਸਾਹਿਬ ਦੀ ਹਦੂਦ ਵਿੱਚ ਵਰਤੇ ਔਰ ਆਪਣੇ ਦੇਸ਼ ਦੀ ਘੱਟ ਗਿਣਤੀ ਕੌਮ ਨੂੰ ਮਾਰਨ ਵਾਸਤੇ ਉਸੇ ਦੇਸ਼ ਦੀ ਫੌਜ ਨੇ ਆਪਣੇ ਲੋਕਾਂ ਦੇ ਉੱਤੇ ਏਡਾ ਵੱਡਾ ਕਹਿਰ ਢਾਇਆ। ਅਸੀਂ ਇਸ ਗੱਲ ਦਾ ਜਵਾਬ ਤੁਹਾਡੇ ਕੋਲੋਂ ਚਾਹੁੰਦੇ ਹਾਂ। ਤਾਂ ਉਹਨਾਂ ਨੇ ਉਸ ਸਮੇਂ ਦੇ ਵਿੱਚ ਜੋ ਮਹਾਨ ਘਾਲਣਾ ਘਾਲੀ, ਜਿੱਥੇ ਅਸੀਂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਮਨਾ ਕੇ ਉਹਨਾਂ ਦੇ ਚਰਨਾਂ ਵਿੱਚ ਸਜਦੇ ਕਰਦੇ ਹਾਂ। ਇਹਨਾਂ ਮਹਾਨ ਯੋਧਿਆਂ ਦੀ ਸ਼ਹੀਦੀ ਅਤੇ ਇਹਨਾਂ ਦੀ ਮਹਾਨ ਕੁਰਬਾਨੀ ਨੂੰ ਵੀ ਸਲਾਮ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ। ਭੱਟ ਸਾਹਿਬਾਨ ਭੱਟ ਕੀਰਤ ਜੀ ਦੀ ਮੁਬਾਰਕ ਰਚਨਾ ਤੋਂ ਜੋ ਦਾਸ ਨੇ ਆਪ ਸੰਗਤਾਂ ਦੇ ਨਾਲ ਸਵਈਆ ਸਾਂਝਾ ਕੀਤਾ ਸੀ,
ਪਾਵਨ ਮੁਬਾਰਕ ਸਵਈਏ ਦੀ ਵਿਚਾਰ ਸਾਂਝੀ ਕਰਦੇ ਹਾਂ। ਇਤਿਹਾਸ ਦੀਆਂ ਵਿਚਾਰਾਂ ਸਾਂਝੀਆਂ ਕਰਦੇ ਹਾਂ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਣਯੋਗ ਹਨ, ਬਖਸ਼ ਲੈਣਗੇ ਸਭਨਾਂ ਦਾ ਧੰਨਵਾਦ। ਬੁਲਾਓ ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਰਦਿਕ ਧੰਨਵਾਦ ਹੈ ਭਾਈ ਨਿਸ਼ਾਨ ਸਿੰਘ ਜੀ ਹੋਰਾਂ ਦਾ, ਜਿਨ੍ਹਾਂ ਨੇ ਆਪਣੇ